सत श्री अकाल। हरजिस टीवी ते तुहाडा सारिਆਂ ਦਾ मैं हरप्रीत कौर ढिड्डा प्रोग्राम विरसे ਦੀਆਂ ਗੱਲਾਂ ਬਾਤਾਂ ਵਿੱਚ ਸਵਾਗਤ ਕਰਦੀ ਹਾਂ। ਪਿਛਲੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀਗੀ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਪੁਰਾਣੇ ਵੇਲਿਆਂ ਦੇ ਵਿੱਚ ਜਦੋਂ ਸਾਡੀਆਂ ਦਾਦੀਆਂ ਨਾਨੀਆਂ ਮਾਵਾਂ ਭੈਣਾਂ ਉਹ ਆਪਣਾ ਦਾਜ ਤਿਆਰ ਕਰਦੀਆਂ ਸੀ, ਦਰੀਆਂ ਬੁਣਦੀਆਂ ਸੀ, ਨਾਲੇ ਬੁਣਦੀਆਂ ਸੀ, ਚਾਦਰਾਂ ਕੱਢਦੀਆਂ ਸੀ। ਉਸ ਬਾਰੇ ਤੇ ਉਸ ਐਪੀਸੋਡ ਨੂੰ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਦਾ ਲਿੰਕ ਦਿੱਤਾ ਹੋਇਆ, ਤੁਸੀਂ ਉਸ ਲਿੰਕ ਤੇ ਜਾ ਕੇ ਉਹ ਐਪੀਸੋਡ ਦੇਖ ਸਕਦੇ ਹੋ। ਸਾਡਾ ਅੱਜ ਦਾ ਦੂਸਰਾ ਐਪੀਸੋਡ ਹੈਗਾ ਜਿਹੜਾ ਉਹ ਇਸੇ ਨਾਲ ਪੇਂਡੂ ਰੀਤੀ ਰਿਵਾਜਾਂ ਦੇ ਨਾਲ ਸੰਬੰਧਿਤ, ਪੇਂਡੂ ਵਿਰਸੇ ਦੇ ਨਾਲ ਸੰਬੰਧਿਤ ਆ। ਮੇਰੇ ਹੱਥ ਦੇ ਵਿੱਚ ਤੁਹਾਨੂੰ ਇੱਕ ਕਿਤਾਬ ਨਜ਼ਰ ਆ ਰਹੀ ਹੋਊਗੀ। ਇਹ ਕਿਤਾਬ ਹੈਗੀ ਆ ਮੇਰਾ ਪਿੰਡ, ਗਿਆਨੀ ਗੁਰਦਿੱਤ ਸਿੰਘ ਹੋਰਾਂ ਦੁਆਰਾ ਲਿਖੀ ਹੋਈ ਹੈ। ਤੁਹਾਡੇ ਚੋਂ ਬਹੁਤੇ ਇਸ ਕਿਤਾਬ ਦੇ ਬਾਰੇ 'ਚ ਜਾਣਦੇ ਹੋਣਗੇ। ਪੇਂਡੂ ਵਿਰਸੇ ਦੀ ਜੇ ਅਸੀਂ ਗੱਲ ਕਰੀਏ, ਪੇਂਡੂ ਵਿਰਸੇ ਨਾਲ ਸੰਬੰਧਿਤ ਜਾਂ ਰਸਮੋ ਰਿਵਾਜ ਜੇ ਅਸੀਂ ਜਾਣਨੇ ਹੋਣ ਤਾਂ ਉਸ ਦੇ ਵਿੱਚ ਇੱਕ ਸ਼ਾਹਕਾਰ ਰਚਨਾ ਗਿਆਨੀ ਗੁਰਦਿੱਤ ਸਿੰਘ ਹੋਰਾਂ ਦੀ ਕਹੀ ਜਾ ਸਕਦੀ ਆ। ਮੇਰਾ ਪਿੰਡ ਇੱਕ ਬਹੁਤ ਸਨਮਾਨਯੋਗ ਥਾਂ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਪੇਂਡੂ ਵਿਰਸੇ ਦੇ ਵਿੱਚ ਇਸ ਕਿਤਾਬ ਨੂੰ ਮਿਲਿਆ ਹੋਇਆ। ਸੋ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਵਿਆਹ ਸ਼ਾਦੀਆਂ ਦੇ ਵਿੱਚ ਇੱਕ ਬਹੁਤ ਵੱਡਾ ਕੰਮ ਹੁੰਦਾ ਹੈ। ਜਦੋਂ ਅਸੀਂ ਤਰੀਕ ਨਿਸ਼ਚਿਤ ਕਰ ਲੈਂਦੇ ਹਾਂ, ਉਸ ਤੋਂ ਬਾਅਦ ਇੱਕ ਜਿਹੜਾ ਸਭ ਤੋਂ ਵੱਡਾ ਕੰਮ ਹੁੰਦਾ ਉਹ ਹੁੰਦਾ ਗੰਢਾਂ ਦੇਣੀਆਂ। ਗੰਢਾਂ ਦੇਣੀਆਂ ਕੀ ਹੁੰਦਾ, ਇਸ ਬਾਰੇ ਅੱਜ ਸਾਡਾ ਇਹ ਸਾਰਾ ਐਪੀਸੋਡ ਹੈ। ਪੁਰਾਤਨ ਲਿਪੀਆਂ ਦੇ ਖੋਜੀ ਦੱਸਦੇ ਨੇ ਕਿ ਜਦੋਂ ਸ਼ਬਦ ਲਿਪੀ ਅਜੇ ਪ੍ਰਚਲਿਤ ਨਹੀਂ ਸੀ ਹੋਈ ਤਾਂ ਕਿਸੇ ਵੀ ਚੀਜ਼ ਨੂੰ ਯਾਦ ਰੱਖਣ ਦੇ ਲਈ ਜਾਂ ਕੋਈ ਗੱਲ ਯਾਦ ਰੱਖਣ ਦੇ ਲਈ ਪੁਰਾਣੇ ਬਜ਼ੁਰਗ ਰੱਸੀਆਂ ਨੂੰ ਗੰਢਾਂ ਦੇ ਲੈਂਦੇ ਸੀ ਤੇ ਉਸ ਗੰਢ ਤੋਂ ਉਹਨਾਂ ਨੂੰ ਯਾਦ ਰਹਿੰਦਾ ਸੀਗਾ ਕਿ ਅਸੀਂ ਇਹ ਕੰਮ ਕਰਨਾ ਜਾਂ ਕਿਹੜਾ ਕੰਮ ਅਸੀਂ ਕਰਨਾ। ਅੱਜ ਕੱਲ੍ਹ ਵੀ ਪਿੰਡਾਂ ਦੇ ਵਿੱਚ ਖਾਸ ਕਰਕੇ ਅਸੀਂ ਘਰਾਂ ਦੇ ਵਿੱਚ ਦੇਖਿਆ ਕਿ ਸਾਡੀਆਂ ਮਾਵਾਂ ਨੇ ਜਾਂ ਕਈ ਚਾਚੀਆਂ ਤਾਈਆਂ ਨੇ, ਉਹਨਾਂ ਨੇ ਚੁੰਨੀ ਦੇ ਇੱਕ ਕੋਨੇ ਦੇ ਉੱਤੇ ਨਾ ਗੰਢ ਬੰਨੀ ਹੁੰਦੀ ਆ ਕਈ ਵਾਰ। ਤੇ ਜੇ ਪੁੱਛ ਲਈਏ ਵੀ ਇਹ ਕੀ ਕਾਹਦੇ ਲਈ ਬੰਨੀ ਆ ਤਾਂ ਫਿਰ ਉਹਨਾਂ ਨੂੰ ਕੋਈ ਨਾ ਕੋਈ ਕੰਮ ਯਾਦ ਆ ਜਾਂਦਾ ਕਿ ਹਾਏ ਮੈਂ ਤਾਂ ਆਹ ਕੰਮ ਕਰਨਾ ਸੀਗਾ, ਤੇ ਉਹ ਫਿਰ ਗੰਢ ਦੇਖ ਕੇ ਉਹਨਾਂ ਨੂੰ ਯਾਦ ਆ ਜਾਂਦਾ ਸੀ। ਉਹ ਰਿਵਾਜ ਕਿਤੇ ਨਾ ਕਿਤੇ ਅੱਜ ਵੀ ਹੈਗਾ, ਪਰ ਪਿੰਡਾਂ ਦੇ ਵਿੱਚ ਜ਼ਿਆਦਾ ਜਿਹੜੀਆਂ ਸਾਡੀਆਂ ਦਾਦੀਆਂ ਨਾਨੀਆਂ ਜਾਂ ਚਾਚੀਆਂ ਤਾਈਆਂ ਮਾਵਾਂ, ਇਹਨਾਂ ਨੂੰ ਹਜੇ ਫਿਲਹਾਲ ਇਸ ਚੀਜ਼ ਬਾਰੇ ਗਿਆਨ ਹੈਗਾ। ਤੇ ਪਰ ਅਸੀਂ ਅੱਜ ਕੱਲ੍ਹ ਇੰਨੇ ਤੇਜ਼ ਹੋ ਗਏ ਆ ਜਾਂ ਸਾਡੇ ਕੋਲ ਫੋਨ ਜਾਂ ਸਾਧਨ ਇੰਨੇ ਹੋ ਗਏ ਨੇ, ਦਿਮਾਗ ਇੰਨੇ ਵਿਕਸਿਤ ਹੋ ਗਏ ਕਿ ਅਸੀਂ ਚੀਜ਼ਾਂ ਯਾਦ ਰੱਖ ਸਕਦੇ ਹਾਂ, ਜਾਂ ਸਾਧਨ ਬਹੁਤ ਨੇ ਵੀ ਅਸੀਂ ਚੀਜ਼ਾਂ ਜਿਨ੍ਹਾਂ ਦੇ ਰਾਹੀਂ ਅਸੀਂ ਯਾਦ ਰੱਖ ਸਕਦੇ ਹਾਂ। ਸੋ ਲਾਗੀ ਦੇ ਨਾਲ ਜਦੋਂ ਲਾਗੀ ਨੂੰ ਵਿਆਹ ਦੀ ਤਰੀਕ ਦੱਸ ਕੇ ਉਹਨੂੰ ਘਰੋਂ ਭੇਜਿਆ ਜਾਂਦਾ ਸੀ ਕਿ ਫਲਾਣੇ ਰਿਸ਼ਤੇਦਾਰ ਦੇ ਤੂੰ ਉਹਨੂੰ ਦਿਨ ਤਰੀਕ ਦੱਸ ਕੇ ਆਉਣਾ, ਤਾਂ ਉਹ ਗੰਢਾਂ ਦੇਣ ਦੇ ਲਈ ਜਾਂਦਾ ਸੀਗਾ। ਜਦੋਂ ਲਾਗੀ ਘਰੋਂ ਤੁਰਦਾ ਸੀ ਤਾਂ ਆਪਦੇ ਪਰਨੇ ਨੂੰ ਜਾਂ ਕਿਸੇ ਚੀਜ਼ ਨੂੰ ਉਹ ਗੰਢਾਂ ਦੇ ਲੈਂਦਾ ਸੀ ਕਿ ਫਲਾਣੀ ਥਾਵੇਂ ਫਲਾਣੇ ਰਿਸ਼ਤੇਦਾਰ ਦੇ ਘਰੇ ਮੈਂ ਇਹ ਸੱਦਾ ਦੇ ਕੇ ਆਉਣਾ ਵਿਆਹ ਦਾ, ਜਾਂ ਕੋਈ ਵੀ ਹੋਰ ਕਿਸੇ ਤਰੀਕੇ ਦਾ। ਜਾਂ ਕਈ ਵਾਰ ਮਰਗ ਦੇ ਭੋਗ ਦਾ ਸੱਦਾ ਵੀ ਦੇਣ ਜਾਂਦੇ ਸੀ ਲਾਗੀ, ਹੈ ਨਾ। ਉਦੋਂ ਕਿਹੜਾ ਫੋਨ ਜਾਂ ਕੋਈ ਹੋਰ ਸਾਧਨ ਹੁੰਦਾ ਸੀ ਜਿਹਦੇ ਰਾਹੀਂ ਕਿਸੇ ਨੂੰ ਸੱਦਾ ਜਾਂ ਸੁਨੇਹਾ ਪਹੁੰਚਾਇਆ ਜਾ ਸਕੇ ਕਿ ਫਲਾਣੇ ਪਿੰਡ 'ਚ ਜਾਂ ਫਲਾਣੀ ਰਿਸ਼ਤੇਦਾਰੀ 'ਚ ਕੀ ਘਟਨਾ ਵਾਪਰੀ ਆ। ਦੁੱਖ ਸੁੱਖ ਦੇ ਸੁਨੇਹੇ ਦੇਣ ਲਾਗੀ ਹੀ ਪਿੰਡਾਂ ਦੇ ਜਾਂਦੇ ਹੁੰਦੇ ਸੀਗੇ। ਤੇ ਜਦੋਂ ਲਾਗੀ ਨੂੰ ਘਰੋਂ ਤੋਰਿਆ ਜਾਂਦਾ ਸੀ ਤਾਂ ਉਹ ਆਪਣੇ ਪਰਨੇ ਨੂੰ ਗੰਢਾਂ ਦੇ ਲੈਂਦਾ ਸੀ, ਤੇ ਜਿਵੇਂ ਜਿਹੜੇ ਰਿਸ਼ਤੇਦਾਰੀ ਕੋਲੇ ਉਹ ਪਹੁੰਚ ਕੇ ਸੁਨੇਹਾ ਪਹੁੰਚਾ ਦਿੰਦਾ ਸੀ, ਉਹ ਗੰਢ ਉਹ ਖੋਲ ਕੇ ਤੇ ਉਹ ਸਮਝ ਜਾਂਦਾ ਸੀ ਕਿ ਉਸ ਦਾ ਇਕਰਾਰ ਹੈ ਜਿਹੜਾ ਉਹ ਪੂਰਾ ਹੋ ਗਿਆ, ਤੇ ਉਹ ਗੰਢ ਉਹ ਖੁੱਲੀ ਜਾਂਦਾ ਸੀ, ਕੰਮ ਉਹਦਾ ਨਿਬੜ ਜਾਂਦਾ ਸੀ। ਤੇ ਅਗਲੇ ਬੰਦੇ ਨੂੰ ਜਦੋਂ ਸੁਨੇਹਾ ਦੇਣ ਜਾਂਦਾ ਸੀ ਤਾਂ ਉਹਦੇ ਵੀ ਪਰਨੇ ਨੂੰ ਜਾਂ ਕਿਸੇ ਚੀਜ਼ ਨੂੰ ਗੰਢ ਬਣਵਾ ਕੇ ਆਉਂਦਾ ਸੀ, ਕਿਉਂਕਿ ਪਰਿਵਾਰਾਂ ਦੇ ਮੁਖੀਆਂ ਨੂੰ ਜ਼ਿਆਦਾਤਰ ਸੱਦਾ ਦਿੱਤਾ ਜਾਂਦਾ ਸੀ, ਸੱਦਾ ਦੇ ਕੇ ਆ ਜਾਂਦਾ ਸੀ ਲਾਗੀ। ਤੇ ਪਰਿਵਾਰ ਦੇ ਮੁਖੀ ਨੇ ਘਰੇ ਜਾ ਕੇ ਵੀ ਦੱਸਣਾ ਹੁੰਦਾ ਸੀ। ਘਰੇ ਜਾ ਕੇ ਦੱਸਣ ਦੇ ਲਈ ਉਹ ਆਪਣੇ ਪਰਨੇ ਨੂੰ ਗੰਢ ਮਾਰ ਲੈਂਦਾ ਸੀ ਤੇ ਘਰੇ ਜਾ ਕੇ ਫਿਰ ਸਾਰੇ ਟੱਬਰ ਨੂੰ ਦੱਸ ਦਿੰਦਾ ਸੀਗਾ ਵੀ ਫਲਾਣੀ ਥਾਵੋਂ ਫਲਾਣੇ ਰਿਸ਼ਤੇਦਾਰੋਂ ਜਿਹੜਾ ਹੈਗਾ ਉਹ ਇਹ ਸੱਦਾ ਆਇਆ। ਤੇ ਜਦੋਂ ਜਜਮਾਨ ਦੇ ਵਿਆਹ ਦੀ ਤਰੀਕ ਲਾਗੀ ਦੱਸਣ ਜਾਂਦਾ ਸੀ ਤਾਂ ਕੋਈ ਲਾਗੀ ਕਈ ਵਾਰ ਉਲਝ ਵੀ ਜਾਂਦਾ ਸੀ। ਕਹਿੰਦੇ ਇੱਕ ਵਾਰ ਗਿਆਨੀ ਗੁਰਦਿੱਤ ਸਿੰਘ ਹੋਰੀ ਦੱਸਦੇ ਨੇ, ਕਹਿੰਦੇ ਵੀ ਸਾਡੇ ਪਿੰਡ ਦਾ ਮੰਤੂ ਨਾਈ ਕਹਿੰਦੇ ਇੱਕ ਦਿਨ ਕਿਤੇ ਤਰੀਕ ਦਾ ਸੱਦਾ ਦੇਣ ਗਿਆ, ਵਿਆਹ ਦੀ ਤਰੀਕ ਦਾ, ਤੇ ਉਹਨੇ ਗੰਢਾਂ ਦੇਣ ਗਿਆ ਜਦੋਂ ਤਾਂ ਉਹਨੇ ਕਹਿਣਾ ਸੀ ਚੰਦੇ ਦੀ ਰੋਟੀ ਪੁੰਨਿਆ ਦੇ ਫੇਰੇ, ਏਕਮ ਨੂੰ ਜੰਝ ਦੀ ਵਿਦਾ ਵਧਾਈ। ਇਸ ਮੁਕਰਰ ਤਰੀਕੇ ਦੇ ਨਾਲ, ਇਸ ਮੁਕਰਰ ਦਿਨਾਂ ਦੇ ਹਿਸਾਬ ਨਾਲ ਉਹਨੇ ਸੂਚਨਾ ਦੇਣੀ ਸੀਗੀ, ਪਰ ਉਹਨੇ ਭੁਲੇਖੇ ਦੇ ਨਾਲ ਰਿਸ਼ਤੇਦਾਰਾਂ ਨੂੰ ਕਹਿਤਾ ਕਿ ਜੀ ਪੁੰਨਿਆ ਦੀ ਵਿਦਾ ਵਧਾਈ, ਚੌਦੇ ਦੇ ਫੇਰੇ, ਤਰੌਦਸੀ ਦੀ ਰੋਟੀ।
ਤੇ ਰਿਸ਼ਤੇਦਾਰ ਜਦੋਂ ਨਾਨਕਾ ਮੇਲ ਇੱਕ ਦਿਨ ਪਹਿਲਾਂ ਹੀ ਆ ਗਿਆ ਤਾਂ ਘਰ ਦੇ ਵਿੱਚ ਨਾ ਕੋਈ ਤਿਆਰੀ, ਨਾ ਕੋਈ ਰਿਸ਼ਤੇਦਾਰ ਆਇਆ ਹੋਇਆ, ਨਾ ਕੁਛ। ਤਾਂ ਜਦੋਂ ਘੁਸਰ ਮੁਸਰ ਹੋਣ ਲੱਗੀ ਸਾਰੇ ਪਿੰਡ ਦੇ ਵਿੱਚ, ਤਾਂ ਫਿਰ ਨਾਨਕਿਆਂ ਨੂੰ ਕਿਸੇ ਨੇ ਕੰਨ ਜੇਚ ਨੂੰ ਪੁੱਛਿਆ। ਉਹਨਾਂ ਨੇ ਦੱਸਿਆ ਕਿ ਭਾਈ ਸਾਨੂੰ ਤਾਂ ਲਾਗੀ ਸੁਨੇਹਾ ਦੇ ਕੇ ਆਇਆ ਸੀ, ਗੰਢਾਂ ਦੇ ਕੇ ਆਇਆ ਸੀ ਫਲਾਣੇ ਦਿਨ ਦੀਆਂ। ਤੇ ਕਹਿੰਦੇ ਵੀ ਜਦੋਂ ਬੰਤੂ ਨਾਈ ਨੂੰ ਪੁੱਛਿਆ ਤਾਂ ਉਹਨੇ ਭੋਲਾ ਜਿਹਾ ਮੂੰਹ ਬਣਾ ਕੇ ਕਿਹਾ, ਕਹਿੰਦਾ ਹੁਣ ਬੰਦੇ ਤੋਂ ਗਲਤੀ ਤਾਂ ਹੋ ਹੀ ਜਾਂਦੀ ਆ, ਬੰਦਾ ਭੁੱਲਣਹਾਰ ਆ। ਕਹਿੰਦਾ ਨਾਲੇ ਮੈਂ ਕਿੰਨੀ ਵਾਰ ਕਿਹਾ ਕਿ ਮੈਨੂੰ ਵਿਆਹ ਸ਼ਾਦੀ ਦੀਆਂ ਗੰਢਾਂ ਦੇਣ ਨਾ ਭੇਜਿਆ ਕਰੋ, ਮੈਨੂੰ ਕਿਸੇ ਸੁਣਾਉਣੀ ਦੀ ਮਤਲਬ ਮੌਤ ਦੀ ਸੁਣਾਉਣੀ ਦੇਣ ਭੇਜ ਦਿਆ ਕਰੋ। ਕਿ ਕਹਿੰਦਾ ਸਿੱਧਾ ਜਿਹਾ ਹਿਸਾਬ ਹੁੰਦਾ ਵੀ ਫਲਾਣੇ ਦਿਨ ਮਰਗ ਹੋਈ ਸੀ, ਫਲਾਣੇ ਦਿਨ ਫੁੱਲ ਨੇ ਤੇ ਫਲਾਣੇ ਦਿਨ ਭੋਗ ਆ। ਤਾਂ ਫਿਰ ਕਿਸੇ ਨੇ ਕੋਲੋਂ ਕਿਹਾ ਵੀ ਭਾਈ ਇਹ ਤਾਂ ਮੁਰਦਾ ਬੋਲੂ, ਖੱਫਣ ਪਾੜੂ, ਇਹਦਾ ਤਾਂ ਉਹ ਕੰਮ ਆ ਬੰਤੂ ਨਾਈ ਦਾ, ਇਹਨੂੰ ਨਾ ਬੁਲਾਓ। ਫਿਰ ਕੀ ਹੋ ਗਿਆ ਜੇ ਨਾਨਕੇ ਇੱਕ ਦਿਨ ਪਹਿਲਾਂ ਆ ਕੇ ਸਗੋਂ ਕੰਮ ਕਾਰ ਸਾਂਭਣਗੇ ਤੇ ਤਾਂ ਕਿਤੇ ਜਾ ਕੇ ਇਹ ਗੱਲ ਹੈ ਜਿਹੜੀ ਉਹ ਨਿਬੜੀ। ਚਲੋ ਪੁਰਾਣੀਆਂ ਰੀਤਾਂ ਨਿਭਾਉਣ ਦੀ ਜਿਹੜੀ ਗੱਲ ਚੱਲੀ ਆ, ਤਾਂ ਗਿਆਨੀ ਗੁਰਦਿੱਤ ਸਿੰਘ ਹੋਰੀ ਸਾਨੂੰ ਇੱਕ ਸਵਾਲ ਕਰਦੇ ਨੇ। ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕੀ ਪੁਰਾਣੀਆਂ ਰੀਤਾਂ ਰਿਵਾਜਾਂ ਨੂੰ ਨਿਭਾਉਣਾ ਇੰਨਾ ਔਖਾ ਸੀ ਜਾਂ ਖੰਡੇ ਦੀ ਧਾਰ ਤੇ ਚੱਲਣ ਜਿੰਨਾ ਔਖਾ ਸੀ? ਤਾਂ ਇਹ ਸਵਾਲ ਅਸੀਂ ਆਪਣੇ ਦਰਸ਼ਕਾਂ ਦੇ ਲਈ ਛੱਡਦੇ ਹਾਂ। ਤੁਸੀਂ ਇਸ ਸਵਾਲ ਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਖੰਡੇ ਦੀ ਧਾਰ ਤੇ ਚੱਲਣ ਵਾਲੀ ਗੱਲ ਆ ਵਾਕਈ ਕਿ ਨਹੀਂ। ਅੱਜ ਕੱਲ੍ਹ ਪਤਾ ਕੀ ਆ, ਅੱਜ ਕੱਲ੍ਹ ਅਸੀਂ ਬਹੁਤ ਸਾਰੇ ਰਿਵਾਜ ਨਿਭਾਉਂਦੇ ਹਾਂ, ਪਰ ਜਿਹੜੇ ਪੁਰਾਤਨ ਰੀਤੀ ਰਿਵਾਜ ਸੀਗੇ ਕਿਤੇ ਨਾ ਕਿਤੇ ਉਹਨਾਂ ਦੇ ਪਿੱਛੇ ਵਿਗਿਆਨਕ ਕਾਰਨ ਜ਼ਰੂਰ ਹੁੰਦਾ ਸੀ। ਪਰ ਅੱਜ ਕੱਲ੍ਹ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਜਾਂ ਸਾਡੇ ਦਿਮਾਗਾਂ ਨੇ ਇੰਨੀ ਤਰੱਕੀ ਕਰ ਲਈ, ਅਸੀਂ ਇੰਨੇ ਪੜ੍ਹ ਲਿਖ ਗਏ ਹਾਂ ਕਿ ਅਸੀਂ ਉਹਨਾਂ ਰੀਤੀ ਰਿਵਾਜਾਂ ਨੂੰ ਫਜ਼ੂਲ ਜੇ, ਅੱਜ ਦੀ ਪੀੜ੍ਹੀ ਖਾਸ ਕਰਕੇ ਫਜ਼ੂਲ ਜਿਹਾ ਸਮਝਣ ਲੱਗ ਪਈ ਆ। ਪਰ ਉਹਨਾਂ ਦੇ ਵਿੱਚ ਫਜ਼ੂਲ ਕੋਈ ਨਹੀਂ, ਇੱਕ ਲੌਜਿਕ ਹੁੰਦਾ ਸੀ ਉਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ। ਤੇ ਅੱਜ ਵੀ ਜਿਹੜੀਆਂ ਸਾਡੀਆਂ ਮਾਵਾਂ ਜਦੋਂ ਰੀਤੀ ਰਿਵਾਜ ਕਰਦੀਆਂ ਨੇ ਕਿਸੇ ਦੇ ਵਿਆਹ ਤੇ, ਤਾਂ ਉਹਨਾਂ ਨੂੰ ਉਹ ਰੀਤੀ ਰਿਵਾਜ ਕਰ ਲੈਣ ਦੇਣੇ ਚਾਹੀਦੇ ਨੇ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੀਆਂ ਭਾਵਨਾਵਾਂ ਉਹਨਾਂ ਰੀਤੀ ਰਿਵਾਜਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ। ਤੇ ਸਾਨੂੰ ਵੀ ਭਾਵੇਂ ਅਸੀਂ ਉਹਨਾਂ ਨੂੰ ਕਿਸੇ ਵਹਿਮ ਭਰਮ ਦੇ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਨਾ ਮੰਨੀਏ, ਪਰ ਇੱਕ ਸ਼ੌਂਕ ਦੇ ਵਜੋਂ ਅਸੀਂ ਉਹਨਾਂ ਨੂੰ ਨਿਭਾ ਸਕਦੇ ਹਾਂ, ਹਨਾ। ਤੇ ਵਿਆਹ ਤੋਂ 10-15 ਦਿਨ ਪਹਿਲਾਂ ਨਾਈ ਸਾਰੇ ਰਿਸ਼ਤੇਦਾਰਾਂ ਦੇ ਘਰੋਂ ਘਰੀ ਜਾ ਕੇ ਵਿਆਹ ਦੀਆਂ ਗੰਢਾਂ ਦੇ ਆਉਂਦਾ ਸੀ। ਤੇ ਕਈ ਵਾਰ ਉਹ ਪੈਦਲ ਤੁਰ ਕੇ ਜਾਂਦਾ ਸੀ, ਜਾਂ ਬਹੁਤੀ ਵਾਰ ਨਾਈਆਂ ਦੇ ਕੋਲੇ ਸਾਈਕਲ ਹੁੰਦਾ ਸੀ, ਜਾਂ ਬਹੁਤ ਸਾਰੇ ਨਾਈਆਂ ਨੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਘੋੜੀਆਂ ਰੱਖੀਆਂ ਹੁੰਦੀਆਂ ਸੀ, ਘੋੜੀ ਤੇ ਉਹ ਗੰਢਾਂ ਦੇਣ ਜਾਂਦਾ ਹੁੰਦਾ ਸੀ। ਪਰ ਅੱਜ ਕੱਲ੍ਹ ਤਾਂ ਜ਼ਿਆਦਾਤਰ ਹੁਣ ਆਵਾਜਾਈ ਦੇ ਸਾਧਨ ਵਿਕਸਿਤ ਹੋਣ ਦੇ ਕਾਰਨ ਨਾਈਆਂ ਕੋਲੇ ਵੀ ਉਹਨਾਂ ਨੇ ਅੱਜ ਕੱਲ੍ਹ ਮੋਟਰਸਾਈਕਲ ਰੱਖਿਆ ਹੋਇਆ, ਜਾਂ ਬੱਸ ਵਗੈਰਾ ਤੇ ਚਲੇ ਜਾਂਦੇ ਨੇ, ਜਾਂ ਫਿਰ ਨਾਈ ਨੂੰ ਤਾਂ ਅਸੀਂ ਗੰਢਾਂ ਦੇਣ ਭੇਜਦੇ ਹੀ ਨਹੀਂ, ਅਸੀਂ ਆਪ ਹੀ ਗੰਢਾਂ ਦੇ ਆਉਂਦੇ ਹਾਂ, ਹੈ ਨਾ। ਸਾਡੇ ਕੋਲੇ ਕਾਰਾਂ ਹੈਗੀਆਂ ਨੇ, ਆਵਾਜਾਈ ਦੇ ਸਾਰੇ ਸਾਧਨ ਹੈਗੇ ਨੇ। ਤੇ ਜਿਨ੍ਹਾਂ ਕੰਮਾਂ ਨੂੰ ਨਾਈ 5, 7 ਜਾਂ 10 ਦਿਨਾਂ ਦੇ ਵਿੱਚ ਨਿਬੇੜਦੇ ਸੀ, ਉਦੋਂ ਉਹ ਅਸੀਂ 1 ਜਾਂ 2 ਦਿਨਾਂ ਦੇ ਵਿੱਚ ਇੱਕ ਵਾਰ ਸਵੇਰੋਂ ਤੁਰ ਕੇ ਘਰੋਂ ਤੇ ਨਿਬੇੜ ਆਉਂਦੇ ਹਾਂ। ਤੇ ਸਭ ਤੋਂ ਵੱਡੀ ਗੱਲ ਵੀ ਅੱਜ ਕੱਲ੍ਹ ਸਾਡੇ ਕੋਲੇ WhatsApp ਹੈਗਾ, ਅਸੀਂ ਤਾਂ ਫੋਟੋ ਖਿੱਚਦੇ ਹਾਂ ਤੇ ਫੋਟੋ ਖਿੱਚ ਕੇ ਅਗਲੇ ਨੂੰ ਭੇਜ ਦਿੰਦੇ ਹਾਂ WhatsApp ਤੇ। ਅਸੀਂ ਚੀਜ਼ਾਂ ਨੂੰ ਯਾਦ ਰੱਖਣ ਦੇ ਲਈ ਫੋਨ ਤੇ ਇੰਨਾ ਡਿਪੈਂਡੈਂਟ ਹੋ ਗਏ ਹਾਂ ਅੱਜ ਕੱਲ੍ਹ ਕਿ ਜਿਹੜੇ ਬੰਦੇ ਨੂੰ ਤੁਸੀਂ ਕਾਰਡ ਵੀ ਦੇ ਕੇ ਆਉਂਦੇ ਹੋ ਨਾ, ਜੋ ਉਹ ਵੀ ਵਿਆਹ ਦੇ ਕਾਰਡ ਦੀ ਫੋਟੋ ਆਪਣੇ ਫੋਨ ਦੇ ਵਿੱਚ ਕਲਿੱਕ ਕਰਕੇ ਰੱਖਦਾ ਤਾਂ ਕਿ ਮੈਨੂੰ ਯਾਦ ਰਹੇ, ਕਿਉਂਕਿ ਕਾਰਡ ਦੇਖਣ ਦਾ ਉਹਦੇ ਕੋਲ ਵਕਤ ਨਹੀਂ ਹੁੰਦਾ, ਜਾਂ ਉਹਨੂੰ ਲੱਗਦਾ ਨਹੀਂ ਕਿ ਮੈਨੂੰ ਕਾਰਡ ਤੋਂ ਦੁਬਾਰਾ ਯਾਦ ਰਹੂਗਾ ਕੁਛ। ਇਸ ਕਰਕੇ ਹਾਂ, ਜਦੋਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਨਾਈ ਜਾਂਦੇ ਸੀਗੇ ਤਾਂ ਜਿਹੜੇ ਰਿਸ਼ਤੇਦਾਰੀ ਦੇ ਵਿੱਚ ਜਾਂਦਾ ਸੀ ਤਾਂ ਰਿਸ਼ਤੇਦਾਰ ਨਾਈ ਦਾ ਸਨਮਾਨ ਕਰਦੇ ਸੀ, ਉਹਨੂੰ ਰਾਜਾ ਕਿਹਾ ਜਾਂਦਾ ਸੀ, ਉਹਦਾ ਸਨਮਾਨ ਕੀਤਾ ਜਾਂਦਾ ਸੀ ਕਿ ਕੋਈ ਉਹਨੂੰ ਕੰਬਲ ਦਿੰਦਾ ਸੀ, ਕੰਬਲ ਦੇ ਉੱਤੇ ਕੋਈ ਪੈਸੇ ਰੱਖ ਕੇ ਦੇ ਦਿੰਦਾ ਸੀ। ਬਹੁਤਾ ਰਿਸ਼ਤੇਦਾਰ ਜਿਹੜਾ ਸਰਦਾ ਪੁੱਜਦਾ ਉਹ 1 ਰੁਪਈਆ ਕੰਬਲ ਜਾਂ ਖੇਸੀ ਦੇ ਉੱਤੇ ਰੱਖ ਕੇ ਦਿੰਦਾ ਸੀ। ਪਰ ਅੱਜ ਕੱਲ੍ਹ ਹੁੰਦਾ 500, 1100 ਕੰਬਲ, ਖੇਸੀ ਜਾਂ ਕੁਛ ਵੀ ਹੋਰ ਅਸੀਂ ਦੇ ਦਿੰਦੇ ਹਾਂ, ਜਾਂ ਜਿੰਨੀ ਨੇੜੇ ਦੀ ਰਿਸ਼ਤੇਦਾਰੀ ਹੁੰਦੀ ਆ ਉਸ ਹਿਸਾਬ ਦੇ ਨਾਲ ਉਹ ਨਾਈ ਦਾ ਜਿਹੜਾ ਹੈਗਾ ਉਹ ਮਾਨ ਸਨਮਾਨ ਕੀਤਾ ਜਾਂਦਾ ਸੀ। ਪੁਰਾਣੇ ਜ਼ਮਾਨਿਆਂ ਦੇ ਵਿੱਚ ਤਾਂ ਉਹਦੀ ਵਾਟ ਵੀ ਦੇਖੀ ਜਾਂਦੀ ਸੀ ਕਿ ਜੇ ਜ਼ਿਆਦਾ ਵਾਟ ਤੋਂ ਆਇਆ ਤਾਂ ਉਹਦਾ ਸਤਿਕਾਰ ਦੇ ਵਜੋਂ ਉਹਨੂੰ ਪੈਸੇ ਜਾਂ ਉਹਦਾ ਲਾਗ, ਉਹਦੀ ਸ਼ਗਨ ਜ਼ਿਆਦਾ ਦਿੱਤਾ ਜਾਂਦਾ ਸੀ, ਤੇ ਜੇ ਨੇੜਿਓਂ ਆਇਆ ਤਾਂ ਨੇੜਿਓਂ ਤੇ ਦਿੱਤਾ ਜਾਂਦਾ ਸੀ, ਜਾਂ ਰਿਸ਼ਤੇਦਾਰੀ ਦੇ ਹਿਸਾਬ ਨਾਲ ਜੇ ਨੇੜੇ ਦੀ ਰਿਸ਼ਤੇਦਾਰੀ ਹੈ ਜਾਂ ਬਹੁਤਾ ਜਿਹਨੂੰ ਚਾਅ ਵਿਆਹ ਦਾ, ਭੂਆ ਮਾਸੀਆਂ ਨੂੰ, ਤਾਂ ਉਹ ਵੱਧ ਕਰਦੀਆਂ ਸੀਗੀਆਂ। ਤੇ ਇਸ ਦੇ ਨਾਲ ਹੀ ਨਾਈ ਨੂੰ ਘਰੇ ਆਉਂਦੇ ਨੂੰ ਲੱਸੀ ਦਾ ਗਲਾਸ ਭਰ ਕੇ ਦਿੱਤਾ ਜਾਂਦਾ ਸੀ, ਜਾਂ ਛੰਨੇ ਦਾ ਦੁੱਧ ਉਹਨੂੰ ਪਿਲਾਇਆ ਜਾਂਦਾ ਸੀ, ਫਿਰ ਘੀ ਸ਼ੱਕਰ ਪਾ ਕੇ ਉਹਨੂੰ
ਰੋਟੀ ਦੇ ਵਿੱਚ ਵੀ ਠੰਡਾ ਪਾਇਆ ਜਾਂਦਾ ਸੀ। ਠੰਡੇ ਦਾ ਮਤਲਬ ਘਿਓ ਪਾ ਕੇ ਉਹਨੂੰ ਸ਼ੱਕਰ ਦੇ ਨਾਲ ਰੋਟੀ ਦਿੱਤੀ ਜਾਂਦੀ ਸੀ, ਉਹਨੂੰ ਖਾਣ ਪੀਣ ਪੂਰਾ ਚੰਗਾ ਦਿੱਤਾ ਜਾਂਦਾ ਸੀਗਾ। ਅੱਜ ਕੱਲ੍ਹ ਉਹਦੀ ਥਾਂ ਲੱਸੀ ਦੀ ਜਾਂ ਦੁੱਧ ਦੀ ਥਾਂ ਕੋਲਡ ਡਰਿੰਕ ਨੇ ਲੈ ਲਈ ਆ, ਚਾਹ ਨੇ ਲੈ ਲਈ ਆ, ਹੈ ਨਾ। ਪਰ ਪੁਰਾਣੇ ਵੇਲਿਆਂ ਦੇ ਵਿੱਚ ਦੁੱਧ ਨੂੰ ਹੀ ਜਿਹੜਾ ਹੈਗਾ ਉਹ ਚਾਹ ਲੱਸੀ ਪਾਣੀ ਛਕਾਉਣਾ ਕਿਹਾ ਜਾਂਦਾ ਸੀਗਾ। ਤੇ ਨਾਈ ਨੂੰ ਜਿਸ ਹਿਸਾਬ ਨਾਲ ਘਰਾਂ ਦੇ ਵਿੱਚੋਂ ਸ਼ਗਨ ਮਿਲਦਾ ਸੀ, ਜਿਹੜਾ ਰਿਸ਼ਤੇਦਾਰ ਜਿੰਨਾ ਸ਼ਗਨ ਦਿੰਦਾ ਸੀ, ਨਾਈ ਵੀ ਉਹਨੂੰ ਉਸ ਤਰੀਕੇ ਦੇ ਨਾਲ ਗੰਢ ਦੇ ਕੇ ਆਉਂਦਾ ਸੀ। ਗੰਢ ਦੇਣ ਦਾ ਮਤਲਬ ਇੱਕ ਵਾਰ ਉਹਨੇ ਗੰਢ ਤਾਂ ਦੇਣੀ ਸੀ, ਪਰ ਉਹਨੂੰ ਸਵਾਰ ਕੇ ਜੇ ਕਹਿ ਕੇ ਆਉਂਦਾ ਸੀ। ਜਿਹੜੇ ਰਿਸ਼ਤੇਦਾਰ ਨੇ ਵੱਧ ਕੀਤਾ ਉਹਦੇ ਕੋਲੇ ਸਵਾਰ ਕੇ ਜੇ ਕਹਿਣਾ ਵੀ ਭਾਈ ਸਾਰਿਆਂ ਨੇ ਆਉਣਾ, ਜਵਾਕਾਂ ਨੂੰ ਵੀ ਲੈ ਕੇ ਆਇਓ, ਬੀਬੀਆਂ ਨੂੰ ਵੀ ਲੈ ਕੇ ਆਇਓ, ਸਾਰੇ ਟੱਬਰ ਨੇ ਲੈ ਕੇ ਆਉਣਾ ਵਿਆਹ ਤੇ, ਫਲਾਣੀ ਤਰੀਕ ਦਾ ਵਿਆਹ। ਤੇ ਮੈਨੂੰ ਅਗਲਿਆਂ ਨੇ ਖਾਸ ਤੌਰ ਤੇ ਕਿਹਾ ਵੀ ਤੁਹਾਨੂੰ ਦੱਬ ਕੇ ਜਾਂ ਜ਼ੋਰ ਦੇ ਕੇ ਆਖਣਾ ਕਿ ਸਾਰਾ ਟੱਬਰ ਆਇਓ। ਇਸ ਤਰ੍ਹਾਂ ਦੇ ਨਾਲ ਕਿਉਂਕਿ ਨਾਈ ਦੀ ਆਓ ਭਗਤ ਉਸ ਟੱਬਰ ਵੱਲੋਂ ਜ਼ਿਆਦਾ ਕੀਤੀ ਜਾਂਦੀ ਸੀ, ਤੇ ਉਹ ਵੀ ਫਿਰ ਉਸ ਤਰੀਕੇ ਨਾਲ ਉਹਨਾਂ ਨੂੰ ਸੁਨੇਹਾ ਦੇ ਦਿੰਦਾ ਸੀਗਾ। ਤੇ ਇੱਕ ਹੋਰ ਕੰਮ ਜਿਹੜਾ ਨਾਈ ਕਰਦਾ ਸੀ ਗੰਢਾ ਦੇਣ ਗਿਆ, ਉਹ ਇਹ ਸੀਗਾ ਕਿ ਜਿਸ ਰਿਸ਼ਤੇਦਾਰ ਨੇ ਜਿੰਨਾ ਸ਼ਗਨ ਦਿੱਤਾ ਹੁੰਦਾ ਸੀ, ਜਾਂ ਮੰਨ ਲਓ ਕਿਸੇ ਦੇ ਘਰੇ ਅਸੀਂ ਗੰਢਾ ਦੇਣ ਗਏ ਹਾਂ, ਤਾਂ ਜਦੋਂ ਉਹਨਾਂ ਦੇ ਘਰੇ ਵਿਆਹ ਸੀਗਾ ਤਾਂ ਅਸੀਂ ਉਹਨਾਂ ਦੇ ਕਿੰਨਾ ਸ਼ਗਨ ਦੇ ਕੇ ਆਏ ਸੀ। ਅੱਜ ਕੱਲ੍ਹ ਕੀ ਪੁਰਾਣੇ ਜ਼ਮਾਨਿਆਂ ਤੋਂ ਹੀ ਰਿਵਾਜ ਆ ਕਿ ਵਧਵਾਂ ਸ਼ਗਨ ਦੇਣਾ। ਜੇ ਕਿਸੇ ਨੇ 500 ਦਿੱਤਾ ਤਾਂ ਉਹਦੇ 1100 ਦੇਣਾ। ਅਸੀਂ ਅੱਜ ਕੱਲ੍ਹ ਵੀ ਐਵੇਂ ਕਰਦੇ ਹਾਂ, 1100 ਦਿੱਤਾ ਤਾਂ 2100 ਦੇਣਾ, 2100 ਦਿੱਤਾ ਤਾਂ ਅਗਲੇ ਨੂੰ ਅਸੀਂ ਵਧਾ ਕੇ ਸਵਾ ਕਰਕੇ ਮੋੜਦੇ ਹਾਂ। ਇਹ ਸਾਡੀ ਰੀਤ ਹੀ ਰਹੀ ਆ ਪੁਰਾਣੇ ਜ਼ਮਾਨਿਆਂ ਤੋਂ ਲੈ ਕੇ, ਘਟਾਵਾਂ ਨਹੀਂ ਅਸੀਂ ਮੋੜਦੇ ਕਿਸੇ ਨੂੰ। ਤੇ ਇਸ ਕਰਕੇ ਫਿਰ ਨਾਈ ਉਸ ਤਰੀਕੇ ਨਾਲ ਹੀ ਕਿਹਾ ਹੁੰਦਾ ਸੀ ਉਹਨੂੰ ਕਿ ਭਾਈ ਅਗਲਿਆਂ ਨੇ ਕੀਤਾ ਸੀ, ਮਸਾਂ ਹੀ ਦਿਨ ਆਇਆ ਅਗਲੇ ਦੇ ਘਰੇ, ਤੇ ਹੁਣ ਤੁਸੀਂ ਟੂਮ ਤੜਾਗਾ ਜਿਹੜਾ ਕਰਨਾ ਜਾਂ ਜੋ ਵੀ ਸ਼ਗਨ ਦੇਣਾ ਵੀ ਉਹ ਤੁਸੀਂ ਦਿਲ ਖੋਲ ਕੇ ਦਿਓ। ਭਾਈ ਅਗਲਿਆਂ ਨੇ ਤੁਹਾਡੇ ਵੇਲੇ ਇੰਨਾ ਕੀਤਾ ਸੀ, ਹੁਣ ਤੁਸੀਂ ਇੰਨਾ ਕਰਿਓ। ਤੇ ਨਾ ਕਿ ਜਿਹੜਾ ਵਿਚਾਲੇ ਵਾਲਾ ਕੰਮ ਆ ਉਹ ਵੀ ਕਰਿਆ ਹੁੰਦਾ ਸੀ। ਉਹਦਾ ਕਾਰਨ ਇਹ ਸੀਗਾ ਵੀ ਸਿੱਧਾ ਮੂੰਹ ਤੇ ਨਹੀਂ ਸੀ ਮਾਰਦਾ ਵੀ ਅਗਲਿਆਂ ਨੇ ਇੰਨਾ ਦਿੱਤਾ ਤੁਸੀਂ ਇੰਨਾ ਦਿਓ, ਪਰ ਬਹੁਤ ਤਰੀਕੇ ਦੇ ਨਾਲ, ਸਲੀਕੇ ਦੇ ਨਾਲ, ਸਤਿਕਾਰ ਦੇ ਨਾਲ ਅਗਲੇ ਦੇ ਕੰਨਾਂ 'ਚ ਨੂੰ ਕੱਢਿਆ ਹੁੰਦਾ ਸੀ ਕਿ ਅਗਲਿਆਂ ਨੇ ਤੁਹਾਡੀ ਵਾਰੀ ਇੰਨਾ ਕੀਤਾ ਸੀ ਤੇ ਤੁਸੀਂ ਹੁਣ ਇੰਨੇ ਇਸ ਤਰ੍ਹਾਂ ਕਰਿਓ। ਮਤਲਬ ਬਹੁਤ ਜੱਚਵੇਂ ਜਿਹੇ ਤਰੀਕੇ ਦੇ ਨਾਲ ਉਹਨਾਂ ਨੂੰ ਕਿਹਾ ਹੁੰਦਾ ਸੀਗਾ। ਤੇ ਬਾਕੀ ਇਹੋ ਜਿਹੀਆਂ ਗੱਲਾਂ ਜੋੜ ਕੇ ਵਿੱਚ ਵੀ ਭਾਈ ਸਾਕ ਨਾਤੇ ਤਾਂ ਵਰਤਦਿਆਂ ਦੇ ਹੁੰਦੇ ਨੇ। ਕਹਿੰਦੇ ਕਿ ਵਰਤਦਿਆਂ ਦੇ ਸਾਕ ਵਾਹੁੰਦਿਆਂ ਦੀ ਭੋਏ, ਕਿ ਵਾਹੁੰਦਿਆਂ ਦੀ ਪੈਲੀ ਹੁੰਦੀ ਹੈ ਤੇ ਵਰਤਦਿਆਂ ਦੇ ਸਾਕ ਹੁੰਦੇ ਨੇ। ਤੇ ਇਸ ਕਰਕੇ ਸਾਕੇਦਾਰਾਂ ਨਾਲੋਂ, ਰਿਸ਼ਤੇਦਾਰਾਂ ਨਾਲੋਂ ਟੁੱਟ ਕੇ ਨਹੀਂ ਰਿਹਾ ਜਾਂਦਾ ਹੁੰਦਾ। ਤੁਸੀਂ ਆਪਣਾ ਫਰਜ਼ ਪੂਰਾ ਨਿਭਾਇਓ। ਇਸ ਤਰੀਕੇ ਨਾਲ ਸਾਰੇ ਰਿਸ਼ਤੇਦਾਰਾਂ ਦੀਆਂ ਸੂਹਾਂ ਵੀ ਲੈ ਆਉਂਦਾ ਸੀ ਵੀ ਕੌਣ ਕੀ ਲੈ ਕੇ ਆਊਗਾ, ਕੌਣ ਕੀ ਲੈ ਕੇ ਆਊਗਾ, ਜਾਂ ਕਿਸ ਤਰ੍ਹਾਂ ਦਾ ਰਿਸਪੌਂਸ ਉਹਨਾਂ ਨੇ ਦਿੱਤਾ। ਆ ਕੇ ਗੰਢਾਂ ਵੰਡ ਕੇ ਸਾਰੇ ਰਿਸ਼ਤੇਦਾਰਾਂ ਨੂੰ ਤੇ ਟੱਬਰ ਨੂੰ ਸਾਰੀ ਸੂਹ ਦੇ ਦਿੰਦਾ ਸੀ। 4-5 ਦਿਨਾਂ ਦੇ ਵਿੱਚ ਸਾਰੇ ਸਾਕ ਨਾਤਿਆਂ ਦਾ ਜਿਹੜਾ ਖਬਰਸਾਰ ਆ, ਜਿਹੜੀ ਉਹਨਾਂ ਨੇ ਟੂਮ ਤੜਾਗਾ ਪਾਉਣਾ ਤੇ ਵਿਆਹ ਤੇ ਕਿਸ ਤਰ੍ਹਾਂ ਆਉਣਾ, ਕੀ ਲੈ ਕੇ ਆਉਣਾ, ਉਸ ਦਾ ਸਾਰਾ ਸੁਨੇਹਾ ਘਰਦਿਆਂ ਨੂੰ ਦੇ ਹੁੰਦਾ ਸੀ। ਇਸ ਤੋਂ ਬਾਅਦ ਕੀ ਰਸਮ ਹੁੰਦੀ ਆ, ਕੀ ਰਿਵਾਜ ਹੁੰਦੇ ਨੇ, ਉਹ ਅਸੀਂ ਅਗਲੇ ਐਪੀਸੋਡ ਦੇ ਵਿੱਚ ਦੱਸਾਂਗੇ। ਉਦੋਂ ਤੱਕ ਤੁਸੀਂ ਸਾਰੇ ਜੁੜੇ ਰਹੋ ਹਰਜਸ ਟੀਵੀ ਦੇ ਨਾਲ। ਤੇ ਹਾਂ, ਜੇਕਰ ਤੁਸੀਂ ਹਰਜਸ ਟੀਵੀ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਸ਼ੇਅਰ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਅਤੇ ਸਾਂਝਾ ਕਰੋ। ਰੱਬ ਰਾਖਾ।